पंजाब ਅਤੇ ਚੰਡੀਗੜ੍ਹ ਦੇ ਜ਼ਿਆਦਾਤਰ ਹਸਪਤਾਲਾਂ 'ਚ ਡਾਕਟਰਸ ਦਾ ਵਿਰੋਧ ਪ੍ਰਦਰਸ਼ਨ ਜਾਰੀ। ਕੋਲਕਾਤਾ ਨਿਰਭਇਆ ਕੇਸ ਨੂੰ ਲੈ ਕੇ ਜਤਾ ਰਹੇ ਵਿਰੋਧ। ਅੱਜ ਡਾਕਟਰਸ ਦੇ ਨਾਲ ਮੀਟਿੰਗ ਕਰਨਗੇ ਸਿਹਤ ਮੰਤਰੀ ਬਲਬੀਰ ਸਿੰਘ। ਲੁਧਿਆਣਾ ਦੇ ਸਰਾਭਾ ਨਗਰ 'ਚ ਚੱਲੀਆਂ ਗੋਲੀਆਂ। BMW ਤੇ ਜਾ ਰਹੇ ਕੱਪੜਾ ਵਪਾਰੀ ਦੇ ਬੇਟੇ ਤੇ ਫਾਇਰਿੰਗ। ਵਾਲ-ਵਾਲ ਬੱਚਿਆਂ ਨੌਜਵਾਨ ਮੁਲਜ਼ਮਾਂ ਦੀ ਭਾਲ 'ਚ ਜੁਟੀ ਪੁਲਿਸ। ਬਿਹਾਰ ਦੇ ਸੁਪੌਲ 'ਚ 125 ਟ੍ਰੇਨੀ ਜਵਾਨਾਂ ਦੀ ਵਿਗੜੀ ਸਿਹਤ। ਫੂਡ ਪੋਇਜ਼ਨਿੰਗ ਦਾ ਹੋਏ ਸ਼ਿਕਾਰ। ਸਾਰਿਆਂ ਨੂੰ ਹਸਪਤਾਲ 'ਚ ਕਰਵਾਇਆ ਗਿਆ ਭਰਤੀ। पंजाबी गायक सारथी के दी सेहत च हो रहा सुधार। सोशल मीडिया ते पोस्ट पाके चाहण वालियां नूं कहा शुक्रिया। दिल दा दौरा पैण तो बाद सारथी के दी हुई है सर्जरी। रखड़ पुनिया मौके बाबा बकाला च सजणगियां सियासी स्टेजा। आप दी सियासी कॉन्फ्रेंस शामिल होणगे सीएम मान। अकाली दल दी स्टेज ते पहुंचणगे प्रधान सुखबीर बादल। ਹੁਣ ਗੱਲ ਕਰਾਂਗੇ ਹਿਮਾਚਲ ਪ੍ਰਦੇਸ਼ ਦੀ। ਹਿਮਾਚਲ ਪ੍ਰਦੇਸ਼ ਦੇ ਸਰਮੌਰ 'ਚ ਪਹਾੜ ਤੋਂ ਮਲਬਾ ਡਿੱਗਿਆ ਹੈ। ਮੌਕੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਮਲਬਾ ਡਿੱਗਣ ਦੇ ਕਾਰਨ ਜੋ ਸੜਕ ਹੈ ਉਹ ਬੰਦ ਹੋ ਗਈ ਹੈ। ਆਵਾਜਾਈ ਠੱਪ ਹੋ ਗਈ ਹੈ ਤੇ ਡਿੱਗਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਜੋ ਲੈਂਡਸਲਾਈਡ ਦੀਆਂ ਤਸਵੀਰਾਂ ਨੇ, ਡਿੱਗਣ ਦੀਆਂ ਤਸਵੀਰਾਂ ਨੇ ਉਹ ਵੇਖੀਆਂ ਜਾ ਸਕਦੀਆਂ ਨੇ। ਹਾਲਾਂਕਿ ਡਿੱਗਣ ਦੇ ਕਾਰਨ ਜੋ ਆਵਾਜਾਈ ਸੀ ਉਹ ਬੰਦ ਹੋ ਗਈ ਹੈ, ਪ੍ਰਭਾਵਿਤ ਹੋਈ ਹੈ ਤੇ ਵੱਡੇ ਜੋ ਪੱਥਰ ਨੇ ਉਹ ਵੇਖੇ ਜਾ ਸਕਦੇ ਨੇ ਡਿੱਗਦੇ ਹੋਏ। ਹਾਲਾਂਕਿ ਮੌਨਸੂਨ ਦਾ ਸੀਜ਼ਨ ਹੈ। ਇਹੋ ਜਿਹੀਆਂ ਤਸਵੀਰਾਂ ਹਿਮਾਚਲ ਤੋਂ ਪਹਿਲਾਂ ਵੀ ਸਾਹਮਣੇ ਆਉਂਦੀਆਂ ਨੇ ਜਦੋਂ ਕਿ ਲੈਂਡਸਲਾਈਡਿੰਗ ਹੁੰਦੀ ਹੈ। ਥਾਂ ਤੇ ਬੱਦਲ ਫਟਿਆ ਹੈ ਪਰ ਅੱਜ ਉਹ ਤਸਵੀਰਾਂ ਨੇ ਬੇਹੱਦ ਹੀ ਹੈਰਾਨ ਕਰ ਦੇਣ ਵਾਲੀਆਂ ਨੇ। ਵੇਖਿਆ ਜਾ ਸਕਦਾ ਹੈ ਕਿ ਮਲਬਾ ਕਿੱਦਾਂ ਸੜਕ ਤੇ ਆ ਗਿਆ ਹੈ ਤੇ ਇਸ ਦੇ ਵਿਚਾਲੇ ਜੋ ਆਵਾਜਾਈ ਹੈ ਉਹ ਠੱਪ ਹੋ ਗਈ, ਬੰਦ। ਤੇ ਪਹਾੜ ਤੋਂ ਮਲਬਾ ਡਿੱਗਦਾ ਹੋਇਆ ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ। ਤਸਵੀਰਾਂ ਨੇ ਹਿਮਾਚਲ ਦੇ ਸਰਮੌਰ ਦੀਆਂ, ਜਿੱਥੇ ਕਿ ਥਾਂ ਤੇ ਕਦੀ ਬੱਦਲ ਫਟਦਾ ਹੈ, ਕਦੀ ਲੈਂਡਸਲਾਈਡਿੰਗ ਹੁੰਦੀਆਂ ਨੇ, ਕਦੀ ਨਦੀਆਂ ਨਾਲੇ ਉਫਾਨ ਤੇ ਹੁੰਦੇ ਨੇ। ਪਰ ਹੁਣ ਜੋ ਤਾਜ਼ਾ ਤਸਵੀਰਾਂ ਨੇ ਉਹ ਹਿਮਾਚਲ ਦੇ ਸਰਮੌਰ ਦੀਆਂ ਨੇ, ਕਿਉਂਕਿ ਜੋ ਆਵਾਜਾਈ ਹੈ ਉਹ ਬਿਲਕੁਲ ਹੀ ਬੰਦ ਹੋ ਗਈ ਹੈ, ਠੱਪ। ਹੁਣ ਗੱਲ ਪਠਾਨਕੋਟ ਦੇ ਸੁਜਾਨਪੁਰ ਦੀ, ਜਿੱਥੇ ਕਿ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਪੁਰਾਣੀ ਰੰਜਿਸ਼ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦਰਅਸਲ ਇਨਸਾਫ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਲਾਸ਼ ਨੂੰ ਸੜਕ ਤੇ ਰੱਖ ਕੇ ਧਰਨਾ ਪ੍ਰਦਰਸ਼ਨ ਪਰਿਵਾਰਕ ਮੈਂਬਰਾਂ ਨੇ ਕੀਤਾ ਤੇ ਪੁਲਿਸ ਤੋਂ ਕਾਰਵਾਈ ਦੀ ਮੰਗ ਜੋ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਮੌਕੇ ਤਸਵੀਰਾਂ ਸਾਹਮਣੇ ਆਈਆਂ ਨੇ। ਵੇਖਿਆ ਜਾ ਸਕਦਾ ਹੈ ਵੱਡੀ ਤਾਦਾਦ 'ਚ ਪਿੰਡ ਵਾਸੀ ਮੌਕੇ ਤੇ ਮੌਜੂਦ ਨੇ ਤੇ ਪੁਰਾਣੀ ਰੰਜਿਸ਼ ਵਾਰਦਾਤ ਨੂੰ ਅੰਜਾਮ ਜ਼ਰੂਰ ਦਿੱਤਾ ਗਿਆ, ਪਰ ਮੰਗ ਪ੍ਰਸ਼ਾਸਨ ਤੋਂ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਕਾਤਲਾਂ ਨੂੰ ਫੜਿਆ ਜਾਏ। ਤੇ ਮੈਨੂੰ ਮੁੰਡੇ ਲੱਭੇ ਹੀ ਚਾਰਾਂ ਨੇ ਸੇਮ ਰੰਗ ਦੇ ਕੱਪੜੇ ਪਾਏ ਦੇ ਹੀ ਤੇ ਬੁਲਟ ਤੇ ਹੀ। ਮੈਨੂੰ ਉਹਨਾਂ ਦਾ ਨਾਂ ਨਹੀਂ ਪਤਾ, ਉਹ ਪਿੱਛਾ ਕਰਦੇ ਪਏ ਸੀ ਸਾਡਾ। ਇੰਨਾ ਨਹੀਂ ਮੈਨੂੰ ਪਤਾ, ਨਾਂ ਨਹੀਂ ਪਤਾ। ਮੈਂ ਘਰ ਹੀ ਬਾਹਰ ਨਿਕਲਦੀ, ਮੈਨੂੰ ਜਾਣ ਪਹਿਚਾਣ ਨਹੀਂ ਹੈ। ਇੱਕੋ ਭਰਾ ਤੁਹਾਡੀਆਂ ਦੇ ਰਾਤ ਕੀ ਗੱਲ ਹੋਈ? ਰਾਤ ਨੂੰ ਪਤਾ ਨਹੀਂ, ਮੈਂ ਘਰ ਨਹੀਂ, ਮੈਨੂੰ ਤੇ ਛੱਡ ਕੇ ਆਏ ਦੇ ਉੱਥੇ ਆਪੇ। ਰਾਤ ਫੋਨ ਕਰਕੇ ਬੁਲਾਈ, ਆਪੇ ਛੱਡ ਕੇ ਆਏ ਦੇ। ਮੈਨੂੰ ਕੁਝ ਨਹੀਂ ਪਤਾ। ਮੈਂ ਹੀ ਕਹਿੰਦੀ ਜੋ ਸਾਡੇ ਨਾਲ ਸਾਨੂੰ ਇਨਸਾਫ ਮਿਲਣਾ ਚਾਹੀਦਾ। ਬਸ ਮੇਰਾ ਬੰਦਾ ਮੇਰੇ ਕੋ ਆ ਜਾਏ ਬਸ। ਤੇ ਉਹ ਜਿੱਧਰ ਜੋ ਉਹਨਾਂ ਨਾਲ ਕਰਨਾ ਚਾਹੁੰਦੇ ਉਹ ਪੁਲਿਸ ਕਰੇ, ਜੋ ਮਰਜ਼ੀ ਕਰੇ। ਇਹਨਾਂ ਨੇ ਫਿਲਹਾਲ ਅਜੇ ਤੱਕ ਨਾ ਕੰਮ ਲੜ ਕਟਾਈ, ਨਾ ਕੋਈ ਕੰਪਲੇਂਟ ਤੇ ਉੱਥੇ ਹਸਪੀਟਲ ਵੀ ਆਈ, ਉੱਥੇ ਉੱਦਾਂ ਗਿਆ ਸੀ ਨਾ ਇਹਨਾਂ ਕੋਈ ਤੱਕ ਬਿਆਨ ਦਰਜ ਕੀਤਾ ਆ। ਤੇ ਹੁਣ ਇਹਨਾਂ ਨੇ ਸਾਨੂੰ ਕਹਿ ਰਹੇ ਵੀ ਆਪਾਂ ਬਿਆਨ ਦਰਜ ਕਰਾਉਂਦੇ ਆ, ਉਹਨਾਂ ਦਾ ਇਹਦਾ ਪੋਸਟਮਾਰਟਮ ਕਰਾ ਕੇ ਐਮਐਲਆਰ ਕਟਾ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇ। ਪਰਿਵਾਰ ਦਾ ਕਹਿਣਾ ਕਿ ਪੁਰਾਣੀ ਰੰਜਿਸ਼ ਤੇ ਜਲਦੀ ਕਤਲ ਕੀਤਾ ਗਿਆ, ਪਰ ਅੱਜ ਤੱਕ ਕੋਈ ਕੰਪਲੇਂਟ ਨਹੀਂ ਕੀਤੀ। ਲੁਧਿਆਣਾ 'ਚ ਦੋ ਧਿਰਾਂ ਵਿਚਾਲੇ ਜ਼ਬਰਦਸਤ ਹੰਗਾਮਾ ਵਾਪਰਿਆ। ਦੱਸ ਕੇ ਮਾਮੂਲੀ ਵਿਵਾਦ ਤੋਂ ਬਾਅਦ ਜੰਮ ਕੇ ਇੱਟਾਂ ਪੱਥਰ ਚਲਾਏ ਗਏ ਤੇ ਗਲੀ 'ਚ ਸ਼ਰੇਆਮ ਗੁੰਡਾਗਰਦੀ ਕੀਤੀ ਗਈ। ਇੱਟਾਂ ਪੱਥਰ ਵੜਾਏ ਗਏ। ਜਾਨ ਬਚਾਉਣ ਦੇ ਲਈ ਘਰਾਂ 'ਚ ਜੋ ਲੋਕ ਸੀ ਅੰਦਰ ਵੜ ਗਏ। ਸੀਸੀਟੀਵੀ 'ਚ ਪੂਰਾ ਵਾਕਿਆ ਤਸਵੀਰਾਂ ਕੈਦ ਹੋਈਆਂ ਨੇ। ਦੱਸ ਕੇ ਟਰੈਕਟਰ ਚਾਲਕ ਦਾ ਆਟੋ ਚਾਲਕ ਦੇ ਨਾਲ ਦਰਅਸਲ ਪੂਰਾ ਵਿਵਾਦ ਹੋਇਆ ਸੀ ਤੇ ਟਰੈਕਟਰ ਚਾਲਕ ਮੁਤਾबिक ਹੌਰਨ ਵਜਾਉਣ ਤੋਂ ਜੋ ਆਟੋ ਚਾਲਕ ਸੀ ਉਹ ਭੜਕ ਗਿਆ ਤੇ ਆਟੋ ਚਾਲਕ ਨੇ ਆਪਣੇ ਸਾਥੀਆਂ ਨਾਲ ਕਾਰ ਤੇ ਹਮਲਾ ਕਰ ਦਿੱਤਾ। ਹਥਿਆਰਬੰਦ ਸਾਥੀਆਂ ਨਾਲ ਟਰੈਕਟਰ ਵਾਲੇ ਦੇ ਘਰ ਪਹੁੰਚ ਗਿਆ ਤੇ ਕਰੀਬ 1
ਘੰਟੇ ਤੱਕ ਘਰ ਦੇ ਬਾਹਰ ਹੰਗਾਮਾ ਹੁੰਦਾ ਰਿਹਾ। ਟਰੈਕਟਰ ਚਾਲਕ ਆਪਣੀ ਜਾਨ ਨੂੰ ਖਤਰਾ ਵੀ ਦੱਸਿਆ ਹੈ। ਤੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਰਿਹਾਇਸ਼ੀ ਇਲਾਕਾ ਹੈ ਜਿੱਥੇ तमाम ਵੱਡੀ ਤਾਦਾਦ ਜੋ ਬਦਮਾਸ਼ ਨਜ਼ਰ ਆ ਰਹੇ ਨੇ। ਇੱਟਾਂ ਪੱਥਰ ਗਲੀ 'ਚ ਇਹਨਾਂ ਬਦਮਾਸ਼ਾਂ ਦੇ ਵੱਲੋਂ ਵਰਾਏ ਜਾ ਰਹੇ। ਤੇ ਗੱਲ ਕਰਾਂਗੇ ਕੋਲਕਾਤਾ ਦਰਿੰਦਗੀ ਦੀ। ਪੀਜੀਆਈ ਚੰਡੀਗੜ੍ਹ ਤੇ ਰੈਜ਼ੀਡੈਂਟ ਡਾਕਟਰਸ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਮੇਰੇ ਨਾਲ ਮੇਰੇ ਸਹਿਯੋਗੀ ਜੋ ਨੇ ਉਮੇਸ਼ ਸ਼ਰਮਾ ਲਾਈਵ ਚੰਡੀਗੜ੍ਹ ਤੋਂ जुड़े हुए ने। उमेश, ओवर टू यू। की कुछ तस्वीरें, की कुछ हालात? फिलहाल चंडीगढ़ पीजीआई के डायरेक्टर ऑफिस के बाहर रेजिडेंट डॉक्टर जो है वो प्रोटेस्ट कर रहे हैं। हाथ में बैनर्स हैं और वही जो मांग है सीपीए को लेकर, यानी कि सेंट्रल प्रोटेक्शन एक्ट को लेकर जो है कि वो इसकी मांग को दोहराया जा रहा है। और बैनर्स बहुत अलग अलग तरीके के हैं। अगर आप यहाँ पर देखेंगे तस्वीरों में कि नो अटैक्स इम्प्लीमेंट द सेंट्रल प्रोटेक्शन एक्ट, वही सीपीए, क्योंकि 2017 में सीपीए आया था और जिस तरीके से अब जो कोलकाता में हुआ उसके बाद से सीपीए एक बार फिर से चर्चा में है। सीपीए की डिमांड को लेकर लगातार पहले भी मेमोरेंडम दिया गया और लगातार अब प्रोटेस्ट जो है वो यहाँ पर आप जारी है। और क्योंकि पीजीआई के जो डायरेक्टर हैं उनका जो ऑफिस है, एडमिनिस्ट्रेटिव जो ब्लॉक है, जिसे कैरो एडमिनिस्ट्रेटिव ब्लॉक कहा जाता है। पहले मैं आपको तस्वीर दिखा दूं, ये देखिए, ये बिल्डिंग है कैरो एडमिनिस्ट्रेटिव ब्लॉक। पीजीआई के डायरेक्टर, तमाम जो बड़े अफसर हैं वो यहाँ इसमें बैठे हैं। उसके बाद उसके ठीक सामने डॉक्टर जो है वो प्रोटेस्ट कर रहे हैं और काफी संख्या में रेजिडेंट डॉक्टर हैं पीजीआई के, वो यहाँ पर लगातार जो है सीपीए की मांग को लेकर प्रोटेस्ट कर रहे हैं। बात भी करेंगे। सीपीए की डिमांड है आपकी मेन जो? जी सर, हमारी ये है कि सरकार से यही निवेदन है हमारा कि हमें रिटर्न अश्योरेंस या सीपीए की ऑर्डिनेंस वो जो है वो पास की जाए जल्दी से जल्दी। जो सुप्रीम कोर्ट ने सू मोटो लिया है, उसकी हियरिंग भी कल है, उसको लेकर आपको क्या लगता है? Sir, we are waiting for the Honorable Supreme Court's hearing and we will be patiently waiting for the same and we will comment on it after the same. तो तस्वीरें आप देख रहे हैं कि बैनर्स हैं, वही कोट हैं जिस पर लाल स्याही लगाई गई है। ब्लैक जो बैंड है वो भी बाजुओं पर लगे हुए हैं यहाँ पर सबके डॉक्टर्स के। ये देखिए, सभी के ब्लैक बैंड लेकर और हाथों में बैनर्स हैं। तो ये प्रोटेस्ट है लगातार जब से ये मामला सामने आया उसके बाद से देश भर के डॉक्टर हैं और रेजिडेंट डॉक्टर, क्योंकि सबसे ज्यादा जो है वो सामना जो है, इनका कहना है कि जो असुरक्षा का जो माहौल अब बन गया है वो इनको झेलना पड़ता है। लगातार लंबी ड्यूटीज हैं और सिक्योरिटी मेजर जो हैं वो होने चाहिए। और सेंट्रल प्रोटेक्शन एक्ट की मांग अब सबकी इनकी जुबान पर है। सेंट्रल प्रोटेक्शन एक्ट में अब इसलिए बार बार जिक्र कर रहा हूँ कि 2017 में इस एक्ट की मांग की गई थी। उसके बाद 2022 में संसद में सवाल भी पूछे गए, लेकिन ये एक्ट इम्प्लीमेंट नहीं हुआ। और डॉक्टर्स का कहना है, रेजिडेंट डॉक्टर का, कि ये एक्ट जिस तरह से आप किसी जुडिशियल अधिकारी को हाथ नहीं लगा सकते, किसी वकीलों को लेकर एक्ट है, पुलिस ऑफिसर को लेकर एक्ट है, तो उसी तरह से डॉक्टर्स को लेकर भी ये सेंट्रल प्रोटेक्शन एक्ट है वो बनना चाहिए। उन्हें सुरक्षा का माहौल मिलना चाहिए। हालांकि मैं यहाँ पर जिक्र कर दूं कि इससे पहले जो फैकल्टी है पीजीआई चंडीगढ़ की, यानी कि ये रेजिडेंट डॉक्टर हैं जो अभी एमबीबीएस कर रहे हैं, उसके बाद जो फैकल्टी है यानी कि जो प्रोफेसर और सीनियर डॉक्टर जिसमें आते हैं, फैकल्टी ने भी चंडीगढ़ पीजीआई के डायरेक्टर को एक मेमोरेंडम दिया था कि चंडीगढ़ पीजीआई, क्योंकि देखिए देश के बड़े संस्थानों में शुमार है और रिसर्च इंस्टीट्यूट भी है ये, तो यहाँ पर ऑलरेडी वैसे माहौल सिक्योर है, कभी इस तरह की घटना ना हुई है और भगवान करे ना भी हो। लेकिन और कई ऐसे एरिया हैं जो जांचे गए थे और एक मेमोरेंडम भी दिया गया था जिसमें सीसीटीवी कैमरा जो यहाँ पे लगे हुए हैं उनमें से जो खराब है उनको ठीक करने, और जिन रास्तों पर लाइट नहीं है, जहां पर लाइट नहीं है, पीजीआई के जो जब ये रेजिडेंट डॉक्टर जाते हैं ड्यूटी खत्म करके तो अपने जो कैंपस में कम से कम 1.5, 2, 3 किलोमीटर दूर है, कई बार डॉक्टर रात को भी ड्यूटी खत्म करके पैदल ही चले जाते हैं। तो कई ऐसे पॉइंट देखे गए थे, डार्क पॉइंट जिन्हें कहा गया, कि जहां पर लाइट नहीं है, सुनसान है, वहां पर कैमरे और लाइट की व्यवस्था की जाए। प्लस नर्सिंग जो ड्यूटी रूम है, फीमेल डॉक्टर जहां पर रेस्ट करती है, वहां पर जो एंट्री हो वो कार्ड के साथ हो। और ये तमाम जो सिक्योरिटी को लेकर एक व्यवस्था बनाने की बात की गई थी वो पीजीआई डायरेक्टर को दिया गया था और उस पर यह भी कहा गया कि जल्द काम शुरू हो रहा है। तो सवाल ये है कि जो कोलकाता में हुआ और एक जो महिला डॉक्टर के साथ जिस तरह से घिनौनी हरकत हुई, उसके जो दोषी हैं उनको फांसी दो के आप आवाज सुन रहे होंगे, और प्लस सेंट्रल प्रोटेक्शन जो एक्ट है उसको लागू करने की मांग है। तो उसको लेकर लगातार जो है वो सवाल और नारेबाजी जो है वो
किए जा रहे हैं जी। ओवर टू यू सरबजोत। जी बहुत बहुत शुक्रिया उमेश, ਸਾਨੂੰ तमाम तस्वीरां ਵਿਖਾਉਣ ਦੇ ਲਈ। तमाम जो रेजिडेंट एसोसिएशन के डॉक्टर्स ने उन्होंने ਵੱਲੋਂ ਧਰਨਾ प्रदर्शन हड़ताल लगातार जारी है। वी वांट सीपी यानी कि सेंट्रल प्रोटेक्शन एक्ट लागू करने की डिमांड इन्हां तमाम डॉक्टर्स एसोसिएशन के ਵੱਲੋਂ की जा रही है ताकि इन्हां की सुरक्षा को यकीनी बनाया जा सके। हेडलाइंस के प्रायोजक एरोट्रो होम्स नियर मोहाली एयरपोर्ट। कॉल 9207492074। इस न्यूज हेडलाइंस के प्रायोजक एरोट्रो होम्स नियर मोहाली एयरपोर्ट। कॉल 9207492074।